ਪੰਜਾਬੀ ਏਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ। ਪੰਜਾਬ ਸਰਕਾਰ ਨੇ ਡੀਜ਼ਲ ਚੋਰੀ ਕਰਨ ਵਾਲੇ ਡਰਾਈਵਰ ਕੀਤੇ ਕਾਬੂ। ਟਿਕਟਾਂ 'ਚ ਘਪਲਾ ਕਰਨ ਵਾਲੇ ਕੰਡਕਟਰਾਂ ਤੇ ਵੀ ਕੱਸਿਆ ਸਿਕੰਜਾ। ਕੈਬਨਿਟ ਮੰਤਰੀ ਲਾਲ ਸਿੰਘ ਭੁੱਲਰ ਨੇ ਦਿੱਤੀ ਜਾਣਕਾਰੀ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਸਖਤ ਚੇਤਾਵਨੀ। ਕਿਹਾ ਪੰਜਾਬ 'ਚ ਚੱਲ ਰਹੇ ਗੈਰ ਕਾਨੂੰਨੀ ਟਰੈਵਲ ਏਜੰਟਾਂ, ਸੰਸਥਾਵਾਂ ਤੇ ਏਜੰਸੀਆਂ ਤੇ ਕਰਾਂਗੇ ਸਖਤ ਕਾਰਵਾਈ। ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ। ਮਾਨ ਸਰਕਾਰ ਨੇ ਲਿਆ ਨਵਾਂ ਵੱਡਾ ਫੈਸਲਾ। ਪੰਜਾਬ 'ਚ ਮੀਂਹ ਬਾਰੇ ਵੱਡੀ ਅਪਡੇਟ। ਮੌਸਮ ਵਿਭਾਗ ਨੇ ਕੀਤੀ ਇਹ ਭਵਿੱਖਬਾਣੀ। ਦਿੱਲੀ ਦੌਰੇ ਤੇ ਜਾਣਗੇ ਸੀਐਮ ਭਗਵੰਤ ਮਾਨ। ਅਰਵਿੰਦ ਕੇਜਰੀਵਾਲ ਨਾਲ ਪੰਜਾਬ ਦੇ ਮੁੱਦਿਆਂ ਤੇ ਕਰਨਗੇ ਚਰਚਾ। ਮੰਤਰੀ ਹਰਭਜਨ ਸਿੰਘ ਨੇ ਸਵੇਰੇ ਬਿਜਲੀ ਦਫ਼ਤਰ ਵਿੱਚ ਮਾਰੀ ਰੇਡ। ਮੁਲਾਜ਼ਮਾਂ ਨੂੰ ਦਿੱਤੇ ਸਖਤ ਹੁਕਮ। ਪੰਚਾਇਤੀ ਜ਼ਮੀਨਾਂ ਤੇ ਨਜਾਇਜ਼ ਕਬਜ਼ੇ ਛੁਡਵਾਉਣ ਬਾਰੇ ਨਵੀਂ ਖਬਰ। ਹੁਣ ਪੰਚਾਇਤੀ ਜ਼ਮੀਨਾਂ ਤੇ ਨਜਾਇਜ਼ ਕਬਜ਼ਿਆਂ ਤੇ ਸਿੱਧਾ ਐਕਸ਼ਨ ਨਹੀਂ ਕਰੇਗੀ ਸਰਕਾਰ। ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲ ਸਿੰਘ ਭੁੱਲਰ ਵੱਲੋਂ ਗਠਿਤ ਕੀਤੇ ਗਏ ਮਿਨਿਸਟਰ ਫਲਾਈਂਗ ਸਕੁਐਡ ਨੇ ਪਿਛਲੇ ਇੱਕ ਹਫ਼ਤੇ ਦੌਰਾਨ ਵੱਖ-ਵੱਖ ਥਾਵਾਂ ਤੇ ਮਾਰੇ ਛਾਪਿਆਂ ਵਿੱਚ ਜਿੱਥੇ 5 ਲੀਟਰ ਡੀਜ਼ਲ ਚੋਰੀ ਕਰਦੇ ਡਰਾਈਵਰ ਨੂੰ ਰੰਗੇ ਹੱਥੀਂ ਕਾਬੂ ਕੀਤਾ। ਉੱਥੇ ਹੀ ਸਵਾਰੀਆਂ ਤੋਂ ਪੈਸੇ ਲੈ ਕੇ ਟਿਕਟ ਨਾ ਦੇਣ ਵਾਲੇ 2 ਕੰਡਕਟਰ ਸਮੇਤ ਅਣਅਧਿਕਾਰੀ ਰੂਟ ਤੇ ਚੱਲਣ ਵਾਲੀਆਂ 5 ਬੱਸਾਂ ਨੂੰ ਰਿਪੋਰਟ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਮਿਨਿਸਟਰ ਫਲਾਈਂਗ ਸਕੁਐਡ ਨੇ ਝਾੜਸਾਈ ਵਿਖੇ ਚੈਕਿੰਗ ਦੌਰਾਨ ਰੋਡਵੇਜ਼ ਪਨਬੱਸ ਡਿਪੂ ਲੁਧਿਆਣਾ ਦੀ ਬੱਸ ਨੰਬਰ PV0DM 8073 ਵਿੱਚੋਂ ਤੇਲ ਚੋਰੀ ਕਰਦਿਆਂ ਡਰਾਈਵਰ ਚਰਨਜੀਤ ਸਿੰਘ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ। ਉਸ ਕੋਲੋਂ ਮੌਕੇ ਤੇ 5 ਲੀਟਰ ਡੀਜ਼ਲ ਬਰਾਮਦ ਕੀਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਇਸੇ ਤਰ੍ਹਾਂ ਕੈਰਾਨਾ ਵਿਖੇ ਫਲਾਈਂਗ ਸਕੁਐਡ ਨੇ ਚੈਕਿੰਗ ਕੀਤੀ ਅਤੇ ਚੰਡੀਗੜ੍ਹ ਡਿਪੂ ਦੀ ਬੱਸ ਨੰਬਰ PV658852 ਦੇ ਕੰਡਕਟਰ ਲਖਵਿੰਦਰ ਸਿੰਘ ਨੂੰ ਸਵਾਰੀਆਂ ਤੋਂ 845 ਰੁਪਏ ਲੈ ਕੇ ਟਿਕਟ ਨਾ ਦੇਣ ਲਈ ਰਿਪੋਰਟ ਕੀਤਾ ਗਿਆ ਹੈ। ਜਦਕਿ ਖਮਾਣੋ ਵਿਖੇ ਚੈਕਿੰਗ ਦੌਰਾਨ ਪੰਜਾਬ ਰੋਡਵੇਜ਼ ਪਨਬੱਸ ਪੱਟੀ ਡਿਪੂ ਦੀ ਬੱਸ ਨੰਬਰ PB02EG8398 ਦੀ ਡਰਾਈਵਰ ਲਖਵਿੰਦਰ ਸਿੰਘ ਅਤੇ ਕੰਡਕਟਰ ਸਤਨਾਮ ਸਿੰਘ ਨੂੰ ਖਮਾਣੋ ਬੱਸ ਅੱਡੇ ਤੇ ਬੱਸ ਨਾ ਰੋਕਣ ਅਤੇ 8 ਸਵਾਰੀਆਂ ਛੱਡ ਜਾਣ ਕਾਰਨ ਵਿਭਾਗ ਨੂੰ 510 ਰੁਪਏ ਵਿੱਤੀ ਨੁਕਸਾਨ ਪਹੁੰਚਾਉਣ ਲਈ ਰਿਪੋਰਟ ਕੀਤਾ ਗਿਆ ਹੈ। ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਦਿੱਤੀਆਂ ਹਨ ਕਿ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਵਾਲੇ ਡਰਾਈਵਰਾਂ ਅਤੇ ਕੰਡਕਟਰਾਂ ਵਿਰੁੱਧ ਬਣਦੀ ਕਾਰਵਾਈ ਤੁਰੰਤ ਅਮਲ ਵਿੱਚ ਲਿਆਂਦੀ ਜਾਵੇ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਗੈਰ ਕਾਨੂੰਨੀ ਢੰਗ ਨਾਲ ਕੰਮ ਕਰ ਰਹੇ ਟਰੈਵਲ ਏਜੰਟਾਂ, ਸੰਸਥਾਵਾਂ ਤੇ ਏਜੰਸੀਆਂ ਤੇ ਸਖਤ ਕਾਰਵਾਈ ਅਮਲ ਵਿੱਚ ਲਿਆਵੇਗੀ। ਇਹ ਜਾਣਕਾਰੀ ਪੰਜਾਬ ਦੇ NRI ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਮੂਹ ਜ਼ਿਲ੍ਹਿਆਂ 'ਚ ਲਾਇਸੈਂਸ ਅਤੇ ਹੋਰ ਲੋੜੀਂਦੀਆਂ ਪ੍ਰਵਾਨਗੀਆਂ ਆਦਿ ਦੀ ਚੈਕਿੰਗ ਜਾਰੀ ਹੈ। ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ NRI ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸਮੂਹ ਜ਼ਿਲ੍ਹਿਆਂ ਵਿੱਚ ਲਾਇਸੈਂਸਾਂ ਤੇ ਹੋਰ ਲੋੜੀਂਦੀਆਂ ਪ੍ਰਵਾਨਗੀਆਂ ਆਦਿ ਦੀ ਚੈਕਿੰਗ ਜਾਰੀ ਹੈ। ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਹੁਣ ਤੱਕ 7179 ਟਰੈਵਲ ਏਜੰਟਾਂ, ਏਜੰਸੀਆਂ, ਦਫ਼ਤਰਾਂ ਦੀ ਜਾਣਕਾਰੀ ਇਕੱਤਰ ਕੀਤੀ ਗਈ ਹੈ, ਜਿਨ੍ਹਾਂ ਵਿੱਚ 3547 ਦੀ ਚੈਕਿੰਗ ਜ਼ਿਲ੍ਹਿਆਂ ਦੀਆਂ ਟੀਮਾਂ ਵੱਲੋਂ ਕੀਤੀ ਜਾ ਚੁੱਕੀ ਹੈ। ਉਹਨਾਂ ਨੇ ਦੱਸਿਆ ਕਿ ਇਸ ਚੈਕਿੰਗ ਦੌਰਾਨ 271 ਸੰਸਥਾਵਾਂ ਗੈਰ ਕਾਨੂੰਨੀ ਪਾਈਆਂ ਗਈਆਂ ਅਤੇ 25 ਤੇ FIR ਦਰਜ ਕੀਤੀ ਗਈ ਹੈ। ਉਹਨਾਂ ਨੇ ਦੱਸਿਆ ਕਿ NRI ਮਿਲਣੀ ਸਮਾਗਮ ਦੌਰਾਨ ਪ੍ਰਾਪਤ ਕੁੱਲ 609 ਸ਼ਿਕਾਇਤਾਂ ਵਿੱਚੋਂ 588 ਦੇ ਨਿਪਟਾਰਾ ਹੋ ਚੁੱਕਾ ਹੈ ਤੇ ਬਕਾਇਆ 21 ਮਾਮਲੇ ਕਾਰਵਾਈ ਅਧੀਨ ਹਨ। ਧਾਲੀਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਪ੍ਰਵਾਸੀ ਪੰਜਾਬੀਆਂ ਦੀ ਸ਼ਿਕਾਇਤਾਂ ਅਤੇ ਹੋਰ ਵੱਖ-ਵੱਖ ਮਾਮਲਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਵਚਨਬੱਧ ਹੈ। ਉਹਨਾਂ ਨੇ ਸਮੂਹ ਜ਼ਿਲ੍ਹਿਆਂ ਵਿੱਚ ਤਾਇਨਾਤ SDM NRI ਨੋਡਲ ਅਫਸਰਾਂ ਨੂੰ ਸੰਬੰਧਿਤ ਜ਼ਿਲ੍ਹਿਆਂ ਵਿੱਚ ਕਾਰਜਸ਼ੀਲ ਟਰੈਵਲ ਏਜੰਟਾਂ, ਏਜੰਸੀਆਂ, ਦਫ਼ਤਰਾਂ ਆਦਿ ਦੀ ਚੈਕਿੰਗ 10 ਸਤੰਬਰ ਤੱਕ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਹਨ। ਪੰਜਾਬ 'ਚ ਹੋ ਰਹੀ ਨਜਾਇਜ਼ ਮਾਈਨਿੰਗ ਤੇ ਅਸਮਾਨ ਤੋਂ ਨਜ਼ਰ ਰੱਖੀ ਜਾਵੇਗੀ। ਇਸ ਦੇ ਲਈ ਸਰਕਾਰ ਡਰੋਨ ਦੀ ਸੇਵਾ ਲਵੇਗੀ। ਪਾਇਲਟ ਪ੍ਰੋਜੈਕਟ ਰੂਪਨਗਰ ਤੋਂ ਸ਼ੁਰੂ ਹੋਵੇਗਾ। ਇਹ ਹਦਾਇਤ ਮਾਈਨਿੰਗ ਮੰਤਰੀ ਗੁਰਮੀਤ ਸਿੰਘ ਮੀਤਹਿਰ ਨੇ ਅਧਿਕਾਰੀਆਂ ਨੂੰ ਦਿੱਤੀ ਹੈ, ਜਦੋਂ ਕਿ ਅਧਿਕਾਰੀਆਂ ਨੂੰ 67 ਕਮਰਸ਼ੀਅਲ ਅਤੇ 13 ਜਨਤਕ ਮਾਈਨਿੰਗ ਸਾਈਟਾਂ ਨੂੰ ਜਲਦੀ ਸ਼ੁਰੂ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ। ਦੋਵੇਂ ਥਾਵਾਂ ਤੇ ਲੋਕਾਂ ਨੂੰ 5.50 ਰੁਪਏ ਪ੍ਰਤੀ ਘਣ ਫੁੱਟ ਦੇ ਹਿਸਾਬ ਨਾਲ ਰੇਤ ਮੁਹੱਈਆ ਕਰਵਾਈ ਜਾਵੇਗੀ। ਮੌਸਮ ਨੂੰ ਲੈ ਕੇ ਨਵੀਂ ਅਪਡੇਟ ਸਾਹਮਣੇ ਆਈ ਹੈ। ਮੌਸਮ ਵਿਭਾਗ ਦੇ ਅਨੁਸਾਰ ਉੱਤਰ ਪੱਛਮੀ ਭਾਰਤ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ। IMD ਨੇ ਆਪਣੇ ਬੁਲੇਟਿਨ ਵਿੱਚ ਕਿਹਾ ਕਿ ਇਹ ਪੈਟਰਨ ਸ਼ਨੀਵਾਰ ਤੱਕ ਜਾਰੀ ਰਹਿਣ ਦੀ ਉਮੀਦ ਹੈ। ਇਸ ਸਮੇਂ ਦੌਰਾਨ ਉੱਤਰਾਖੰਡ ਦੇ ਕਈ ਖੇਤਰਾਂ ਵਿੱਚ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਉੱਤਰ ਪ੍ਰਦੇਸ਼ ਲਈ ਵੀ ਅਜਿਹਾ ਹੀ ਅਨੁਮਾਨ ਹੈ। ਇਸ ਤੋਂ ਇਲਾਵਾ ਅੱਜ ਪੰਜਾਬ ਦੇ ਡੇਰਾਬੱਸੀ, ਕਪੂਰਥਲਾ, ਬਾਬਾ ਬਕਾਲਾ, ਬਟਾਲਾ, ਭੁਲੱਥ, ਰਾਜਪੁਰਾ, ਡੇਰਾਬੱਸੀ, ਮੋਹਾਲੀ, ਖਡੂਰ ਸਾਹਿਬ, ਫਗਵਾੜਾ, ਜਲੰਧਰ, ਕਪੂਰਥਲਾ, ਨਵਾਂਸ਼ਹਿਰ, ਗੜ੍ਹਸ਼ੰਕਰ, ਹੁਸ਼ਿਆਰਪੁਰ, ਬਾਬਾ ਬਕਾਲਾ, ਭੁਲੱਥ ਤੇ ਦਸੂਹਾ ਵਿੱਚ ਦਰਮਿਆਨੇ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਅੰਮ੍ਰਿਤਸਰ ਦੇ ਨਾਰਾਇਣਗੜ੍ਹ ਸਬ ਡਿਵੀਜ਼ਨ ਸ਼ਹਿਰੇਟਾ ਦੇ ਬਿਜਲੀ ਦਫ਼ਤਰ ਵਿੱਚ ਹਰਭਜਨ ਸਿੰਘ ETO ਪਹੁੰਚੇ। ਦਫ਼ਤਰ ਪਹੁੰਚਦੇ ਹੀ ਉਹਨਾਂ ਵੱਲੋਂ ਸਭ ਤੋਂ ਪਹਿਲਾਂ ਡਿਊਟੀ ਤੇ ਮੌਜੂਦ ਮੁਲਾਜ਼ਮਾਂ ਦਾ ਹਾਜ਼ਰੀ ਰਜਿਸਟਰ ਚੈੱਕ ਕੀਤਾ ਗਿਆ। ਇਸ ਤੋਂ ਬਾਅਦ ਮੰਤਰੀ ETO ਨੇ ਬਿਜਲੀ ਸੰਬੰਧੀ ਸ਼ਿਕਾਇਤਾਂ ਦਾ ਰਿਕਾਰਡ ਵੀ ਚੈੱਕ ਕੀਤਾ। ਉਹਨਾਂ ਨੇ ਉੱਥੇ ਮੌਜੂਦ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਖਤ ਹਦਾਇਤਾਂ ਦਿੱਤੀਆਂ ਹਨ ਕਿ ਆਮ ਲੋਕਾਂ ਨੂੰ
ਬਿਜਲੀ ਸੰਬੰਧੀ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਬਿਜਲੀ ਸੰਬੰਧੀ ਲੋਕਾਂ ਦੀ ਕੋਈ ਵੀ ਸ਼ਿਕਾਇਤ ਪਹਿਲ ਦੇ ਆਧਾਰ ਤੇ ਹੱਲ ਕੀਤੀ ਜਾਵੇ। ਬਿਜਲੀ ਮੰਤਰੀ ਨੇ ਦਫ਼ਤਰਾਂ ਵਿੱਚ ਕੰਮ ਕਰਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਇੱਥੇ ਕੰਮ ਕਰਾਉਣ ਲਈ ਆਉਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਹ ਜਨਤਾ ਦਾ ਦਫ਼ਤਰ ਹੈ ਤੇ ਇਹਨਾਂ ਦੇ ਕੰਮਾਂ ਵਿੱਚ ਕੋਈ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਹੁਣ ਸਰਕਾਰ ਸਿੱਧਾ ਹੀ ਪੰਚਾਇਤੀ ਜ਼ਮੀਨ ਤੇ ਨਜਾਇਜ਼ ਕਬਜ਼ੇ ਨਹੀਂ ਛੁਡਵਾਵੇਗੀ। ਇਸ ਬਾਰੇ ਸਾਰੀ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਮਗਰੋਂ ਹੀ ਨਜਾਇਜ਼ ਕਬਜ਼ੇ ਛੁਡਵਾਏ ਜਾਣਗੇ। ਇਸ ਤੋਂ ਪਹਿਲਾਂ ਜ਼ਿਲ੍ਹਾ ਪੱਧਰ ਤੇ ਕਾਨੂੰਨੀ ਕਮੇਟੀਆਂ ਤੋਂ ਵੀ ਹਰੀ ਝੰਡੀ ਲੈਣੀ ਪਵੇਗੀ। ਸਰਕਾਰ ਇਹ ਕਦਮ ਮੁਕੱਦਮੇਬਾਜ਼ੀ ਤੋਂ ਬਚਣ ਲਈ ਚੁੱਕ ਰਹੀ ਹੈ। ਹਾਸਲ ਜਾਣਕਾਰੀ ਮੁਤਾਬਿਕ ਪੰਜਾਬ ਵਿੱਚ ਕਿਸੇ ਵੀ ਪੰਚਾਇਤੀ ਜ਼ਮੀਨ ਤੇ ਨਜਾਇਜ਼ ਕਬਜ਼ੇ ਛੁਡਵਾਉਣ ਤੋਂ ਪਹਿਲਾਂ ਜ਼ਿਲ੍ਹਾ ਪੱਧਰ ਤੇ ਸਾਰੇ ਪਹਿਲੂਆਂ ਦੀ ਕਾਨੂੰਨੀ ਤੌਰ ਤੇ ਪੜਤਾਲ ਕੀਤੀ ਜਾਵੇਗੀ। ਇਸ ਸੰਬੰਧੀ ਜ਼ਿਲ੍ਹਾ ਪੱਧਰ ਤੇ ਕਾਨੂੰਨੀ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਅਧਿਕਾਰੀ ਜ਼ਮੀਨ ਨਾਲ ਸੰਬੰਧਿਤ ਸਾਰੇ ਰਿਕਾਰਡ ਤੇ ਕਾਨੂੰਨੀ ਤੌਰ ਤੇ ਸਾਰੇ ਪਹਿਲੂਆਂ ਨੂੰ ਦੇਖ ਕੇ ਫਾਈਲ ਕਲੀਅਰ ਕਰਨਗੇ। ਉਸ ਤੋਂ ਬਾਅਦ ਕਾਨੂੰਨੀ ਕਮੇਟੀ ਦੀ ਰਿਪੋਰਟ ਦੇ ਆਧਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਉਸ ਜ਼ਮੀਨ ਦਾ ਕਬਜ਼ਾ ਲਵੇਗਾ। ਚੰਡੀਗੜ੍ਹ ਵਿੱਚ ਸਬਜ਼ੀਆਂ ਦੇ ਭਾਅ ਇੱਕ ਵਾਰ ਫਿਰ ਅਸਮਾਨ ਨੂੰ ਛੂ ਰਹੇ ਹਨ। ਪਿਛਲੇ ਹਫ਼ਤੇ ਟਮਾਟਰ ਦੀ ਕੀਮਤ 70 ਰੁਪਏ ਪ੍ਰਤੀ ਕਿਲੋ ਤੇ ਆ ਗਈ ਸੀ। ਇਹ ਫਿਰ 200 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਇਸੇ ਤਰ੍ਹਾਂ ਹੋਰ ਸਬਜ਼ੀਆਂ ਵੀ ਮਹਿੰਗੀਆਂ ਹੋ ਗਈਆਂ ਹਨ। ਇਸ ਕਾਰਨ ਲੋਕਾਂ ਦਾ ਰਸੋਈ ਦਾ ਬਜਟ ਵਿਗੜ ਗਿਆ ਹੈ। ਜ਼ਿਕਰ ਹੈ ਕਿ ਪਿਛਲੇ ਕੁਝ ਸਮੇਂ ਤੋਂ ਪੰਜਾਬ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲੋਕ ਟਮਾਟਰ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਕਾਫੀ ਪਰੇਸ਼ਾਨ ਹਨ। ਇਸ ਦੇ ਮੁੱਖ ਕਾਰਨ ਬੇਮੌਸਮੀ ਮੀਂਹ, ਹੜ੍ਹ ਅਤੇ ਖਾਣ ਪੀਣ ਦੀਆਂ ਵਸਤਾਂ ਦੀ ਸਪਲਾਈ ਵਿੱਚ ਵਿਘਨ ਹਨ। ਇਸ ਕਾਰਨ ਮੰਡੀ ਵਿੱਚ ਖਾਣ ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਵਿੱਚ ਅਸਥਿਰਤਾ ਪੈਦਾ ਹੋ ਗਈ ਹੈ। ਦੇਖੋ ਅਸੀਂ ਇੱਕ ਤੇ ਬਹੁਤ ਹੀ ਲਾਜਵਾਬ ਜਿਹੜੀ ਇਹ ਸਿੱਖ ਇਤਿਹਾਸ ਨੂੰ ਦਰਸਾਉਂਦੀ ਹੋਈ ਸਾਡੀ ਜਿਹੜੀ ਟੂਰਿਜ਼ਮ ਦੀ ਸਾਈਟ ਹੈ, ਇਤਿਹਾਸਿਕ ਜਗ੍ਹਾ ਹੈ, ਪਵਿੱਤਰ ਧਰਤੀ ਹੈ ਅਨੰਦਪੁਰ ਸਾਹਿਬ ਦੀ, ਚਮਕੌਰ ਸਾਹਿਬ ਦੀ, ਤੇ ਅਸੀਂ ਟੂਰਿਜ਼ਮ ਸਮਿਟ ਕਰਵਾ ਰਹੇ ਹਾਂ। ਉਹਦੇ ਲਈ ਅਸੀਂ ਇਹ ਤਿਆਰੀ ਕਰ ਰਹੇ ਸੀਗੇ ਵੀ ਕਿਹੜੀਆਂ ਸਾਈਟਸ ਨੇ ਜਿਹੜੀਆਂ ਸਾਡੇ ਬਾਹਰੋਂ ਆਉਣਗੇ। ਵੈਸੇ ਤਾਂ ਅਸੀਂ ਇੱਥੇ ਜਿਹੜੇ ਵੀ ਬਾਹਰੋਂ ਵਿਦੇਸ਼ਾਂ ਤੋਂ ਲੋਕ ਆਉਣਗੇ ਉਹਨਾਂ ਨੂੰ ਇਹ ਦਿਖਾ ਕੇ ਲੈ ਕੇ ਜਾਣਾ, ਬਟ ਅਸੀਂ ਕੁਝ ਸੱਭਿਆਚਾਰਕ ਪ੍ਰੋਗਰਾਮ ਵੀ ਰੱਖ ਰਹੇ ਹਾਂ। ਉਹਦੇ ਲਈ ਅਸੀਂ ਜਿਹੜੀਆਂ ਸਾਈਟਸ ਨੇ ਉਹਨਾਂ ਨੂੰ ਵੀ ਜੋੜ ਰਹੇ ਹਾਂ ਕਿ ਕਿਹੜੀਆਂ ਥਾਵਾਂ ਉੱਤੇ ਜਾ ਕੇ ਜਿਹੜੇ ਵਿਸ਼ੇਸ਼ ਤੌਰ ਤੇ ਪ੍ਰੋਗਰਾਮ ਲਿਖੇ ਜਾ ਸਕਦੇ, ਬੈਠਣ ਦੀ ਕਪੈਸਿਟੀ ਕਿੰਨੀ ਹੈ। ਉਹਦੇ ਨਾਲ ਅਸੀਂ ਹੁਣ ਇਹ ਸਾਰਾ ਦੇਖ ਰਹੇ ਸੀ ਕਿ ਬੱਚਿਆਂ ਨੂੰ ਇੱਥੇ ਸਿੱਖ ਇਤਿਹਾਸ ਦਾ ਜਿਹੜਾ ਕਿੱਦਾਂ ਸਿੱਖਿਆਵਾਂ ਸੀ ਬਾਬਾ ਨਾਨਕ ਜੀ ਦੀਆਂ, ਕੀ ਸਾਡੀ ਧਾਰਮਿਕਤਾ ਦੇ ਨਾਲ ਇਤਿਹਾਸਿਕ ਜਿਹੜੀ ਮਹੱਤਤਾ ਹੈ ਸਿੱਖ ਧਰਮ ਦੀ, ਜੀਵਨ ਜਿਉਣ ਦੀ ਸ਼ੈਲੀ ਬਾਬਾ ਨਾਨਕ ਜੀ ਨੇ ਕਿਸ ਤਰੀਕੇ ਦੱਸੀ। ਕਿਉਂਕਿ ਇੱਥੇ ਬੈਠਣ ਦੀ ਕਪੈਸਿਟੀ ਅੰਦਰ ਜਿਹੜੇ ਸ਼ੋਅ ਆ ਉਹ ਦੱਸਿਆ ਕਿ 40 ਬੱਚਿਆਂ ਦੀ ਹੈ, ਤਾਂ ਬਾਹਰ ਢਾਡੀ ਵਾਰਾਂ ਚੱਲਣ, ਕਵਿਸਰ ਲੱਗਣ, ਇੱਕ ਜਿਹੜਾ ਮਾਹੌਲ ਆ ਉਹ ਨਾਲ ਇਤਿਹਾਸ ਦੱਸਿਆ ਜਾਵੇ ਤਾਂ ਕਿ ਬੱਚੇ ਬਾਹਰ ਵੀ ਸ਼ਾਮਿਲ ਹੋਣ। ਹੁਣ ਤੇ 2 ਮਹੀਨੇ ਗਰਮੀ ਹੈ, ਇਸ ਤੋਂ ਬਾਅਦ ਤੇ ਅਸੀਂ ਇਹਨੂੰ ਹੋਰ ਜ਼ਿਆਦਾ ਜਿਹੜਾ ਇਹਦਾ ਆਊਟਡੋਰ ਮਾਹੌਲ ਹੈ ਉਹ ਸਾਡੀਆਂ ਪੁਰਾਣੀਆਂ ਕਵਿਸਰਾਂ ਦੇ ਨਾਲ ਜਿੰਨੇ ਸਾਡੇ ਢਾਡੀ ਜਥੇ ਨੇ, ਬੀਬੀਆਂ ਨੇ, ਸਾਰੇ ਵਾਰੀ ਲਿਆ ਕੇ ਰੈਗੂਲਰ ਬੇਸਿਸ ਉੱਤੇ ਜਿਹੜਾ ਇਹ ਜਗ੍ਹਾ ਨੂੰ ਹੋਰ ਐਕਟਿਵ ਕਰਾਂਗੇ ਤਾਂ ਕਿ ਉਹ ਇੱਕ ਸੰਗੀਤਮਈ ਮਾਹੌਲ ਵੀ ਹੈ ਜਿਹੜਾ ਨਾਲ ਇੱਥੇ ਬਣੇ ਤੇ ਬੱਚਿਆਂ ਨੂੰ ਉਹਨਾਂ ਦੇ ਇਤਿਹਾਸ ਬਾਰੇ, ਬਹਾਦਰੀ ਬਾਰੇ, ਸਿੱਖਿਆਵਾਂ ਬਾਰੇ ਆਉਣ ਵਾਲੀ ਪੀੜ੍ਹੀ ਜਾਣੇ ਕਿ ਅਸੀਂ ਕਿੱਥੋਂ ਇੰਨਾ ਮਾਣ ਹਾਸਲ ਕਰਦੇ ਹਾਂ। ਤੇ ਇਹਦੇ ਲਈ ਅਸੀਂ ਜਿਹੜੇ ਜ਼ਰੂਰ ਉਪਰਾਲੇ ਕਰਾਂਗੇ। ਇਹ ਜਗ੍ਹਾ ਨੂੰ ਇਕੱਲੇ ਬੱਚੇ ਨੂੰ, ਪੰਜਾਬ ਦੇ ਨੂੰ ਪਤਾ ਹੋਣੀ ਚਾਹੀਦੀ ਹੈ। ਸ਼ਹਾਦਤਾਂ ਬਾਰੇ ਇੱਥੇ ਵਰਣਨ ਕੀਤਾ ਗਿਆ ਹੈ ਤੇ ਉਹਨੂੰ ਦੇਖ ਰਹੇ ਸੀ। ਇੱਥੇ ਦੁਬਾਰਾ ਅਸੀਂ ਆਵਾਂਗੇ। ਅੱਜ ਸਾਡਾ ਬੇਸਿਕਲੀ ਜਿਹੜਾ ਮਕਸਦ ਸੀਗਾ ਉਹ ਹੈਗਾ ਵੀ ਟੂਰਿਜ਼ਮ ਸਮਿਟ ਲਈ ਅਸੀਂ ਸਾਰੀ ਜਿਹੜੀ ਤਿਆਰੀ ਕਰ ਰਹੇ ਹਾਂ। ਪਹਿਲੀ ਵਾਰ ਪੰਜਾਬ ਦੇ ਇਤਿਹਾਸ 'ਚ ਜਿਹੜਾ ਟੂਰਿਜ਼ਮ ਸਮਿਟ ਹੋਣ ਜਾ ਰਿਹਾ ਤਾਂ ਕਿ ਪੰਜਾਬ ਦਾ ਜਿਹੜਾ ਟੂਰਿਜ਼ਮ ਜਦੋਂ ਅਪ ਹੋ ਗਿਆ ਡੈਫੀਨੇਟਲੀ ਉਹਦੇ ਨਾਲ ਹੀ ਪੰਜਾਬ ਦੀ ਅਰਥ ਵਿਵਸਥਾ, ਪੰਜਾਬ ਦਾ ਮਾਹੌਲ, ਪੋਜ਼ਿਟਿਵਿਟੀ, ਸਾਡਾ ਸਾਰਾ ਸਿਸਟਮ ਹੀ ਵੱਧ ਜਾਣਾ। ਬੱਚਿਆਂ ਨੇ ਇੱਥੇ ਰਹਿਣਾ ਪਸੰਦ ਕਰਨਾ ਕਿਉਂਕਿ ਇੱਕ ਮਾਹੌਲ, ਪੋਜ਼ਿਟਿਵਿਟੀ, ਜਦੋਂ ਸਕਾਰਾਤਮਕ ਸੋਚ, ਖੁਸ਼ੀਆਂ, ਇਹ ਟੂਰਿਜ਼ਮ ਕਿਸੇ ਵੀ ਖਿੱਤੇ ਦੀ, ਦੇਸ਼ ਦੀ, ਸੂਬੇ ਦੀ ਤਰੱਕੀ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕਰਦਾ, ਜਿਹਦੇ ਤੇ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ। ਇਹੋ ਜਿਹੀਆਂ ਲਾਜਵਾਬ ਇਤਿਹਾਸਿਕ ਕਿਲੇ, ਇਤਿਹਾਸਿਕ ਇਮਾਰਤਾਂ ਸਾਡੇ ਕੋਲ ਨੇ ਜਿਨ੍ਹਾਂ ਨੂੰ ਚੰਗੇ ਤਰੀਕੇ ਨਾਲ ਪ੍ਰਮੋਟ ਨਹੀਂ ਕੀਤਾ ਗਿਆ। ਜੇ ਇਹਨਾਂ ਥਾਵਾਂ ਨੂੰ ਅਸੀਂ ਪ੍ਰਮੋਟ ਕਰਕੇ ਕਿ ਜਿਹੜਾ ਪੰਜਾਬ ਹੈ ਇਹ ਲੈਂਡ ਆਫ ਵਰੀਅਰਸ ਹੈ, ਪੰਜਾਬ ਬਾਬੇ ਨਾਨਕ ਦੀ ਧਰਤੀ ਹੈ, ਪੰਜਾਬ ਨਾਮ ਜਪੋ, ਕਿਰਤ ਕਰੋ, ਵੰਡ ਛਕੋ, ਦੇ ਉਪਦੇਸ਼ ਦੇਣ ਵਾਲੀ ਧਰਤੀ ਹੈ। ਇਹ ਤੇ ਪਿਆਰ ਵੰਡਣ ਵਾਲੀ, ਦੂਜੇ ਲਈ ਕੁਰਬਾਨ ਹੋਣ ਵਾਲੀ,
ਇਨਸਾਨੀਅਤ ਦੇ ਲਈ ਤੱਤੀ ਤਵੀ ਤੇ ਬੈਠਣ ਵਾਲੇ ਗੁਰੂਆਂ ਦੀ ਧਰਤੀ ਹੈ। ਇਹ ਚੀਜ਼ ਦੁਨੀਆ ਨੂੰ ਜਦੋਂ ਦੱਸਾਂਗੇ ਚੰਗੇ ਤਰੀਕੇ ਨਾਲ ਵੀ ਇਹ ਕਿਹੋ ਜਿਹੇ ਸ਼ੁੱਧ ਸਮਰਪਣ ਵਾਲੇ ਇੱਥੇ ਲੰਗਰ ਲੱਗਦੇ ਆ, ਦੁਨੀਆ ਦੀ ਕੋਈ ਕਿਹੋ ਜਿਹੀ ਚੀਜ਼ ਆ, ਜਦੋਂ ਦੁਨੀਆ ਨੂੰ ਇਸ ਧਰਤੀ ਦੀ ਮਹੱਤਤਾ ਪੋਜ਼ਿਟਿਵਿਟੀ ਨਾਲ ਦੱਸੀ ਵੀ ਵਿਸ਼ਵਾਸ ਪਾਤਰ ਲੋਕ ਨੇ, ਇਹ ਬਰਕਤ ਵਾਲੀ ਧਰਤੀ ਹੈ, ਤੇ ਡੈਫੀਨੇਟਲੀ ਜਿਹੜਾ ਦੁਨੀਆ ਭਰ ਦਾ ਟੂਰਿਸਟ ਆ, ਖਾਸ ਤੌਰ ਤੇ ਸਾਡੇ ਦੇਸ਼ ਦੀ ਆਪਣੀ ਆਬਾਦੀ ਨਹੀਂ ਕਾਫੀ 130 ਕਰੋੜ ਦੇ ਲੋਕ ਆ, ਆਪਦਾ ਦੇਸ਼ ਹੀ ਅਸੀਂ ਇੱਥੇ ਬੁਲਾ ਲਈਏ ਤਾਂ ਸਾਡਾ ਜਿਹੜਾ ਪੰਜਾਬ ਦੀ ਅਰਥ ਵਿਵਸਥਾ, ਜੇ ਟੂਰਿਜ਼ਮ ਵੱਧ ਗਿਆ, ਉਦਯੋਗ ਵੀ ਚੱਲ ਪੈਣੇ ਆ, ਕੱਪੜੇ ਦਾ ਕੰਮ ਵੀ ਚੱਲ ਪੈਣਾ, ਸਾਡਾ ਟਰਾਂਸਪੋਰਟ ਦਾ ਕੰਮ ਵੀ ਚੱਲ ਪੈਣਾ, ਨੌਕਰੀਆਂ ਵੀ ਮਿਲਣਗੀਆਂ, ਸਟੇਟ ਸਰਕਾਰ ਦੀ ਰੈਵਨਿਊ ਵੀ ਵਧਦਾ। ਸੋ ਟੂਰਿਜ਼ਮ ਨੂੰ ਮੈਨੂੰ ਨਹੀਂ ਪਤਾ ਵੀ ਪਿਛਲੀਆਂ ਸਰਕਾਰਾਂ ਨੇ ਕਿਉਂ ਨਹੀਂ ਧਿਆਨ ਦਿੱਤਾ। ਇਸ ਮਹਿਕਮਾ ਇੰਨਾ ਇੰਪੋਰਟੈਂਟ ਮਹਿਕਮਾ ਹੈ ਜਿਹੜਾ ਪੂਰੇ ਪੰਜਾਬ ਨੂੰ ਪੈਰਾਂ ਸਿਰ ਖੜਾ ਕਰ ਸਕਦਾ। ਸੋ ਉਹਦੇ ਲਈ ਹੁਣ ਅਸੀਂ ਮਿਹਨਤ ਕਰ ਰਹੇ ਹਾਂ, ਇਨਵੈਸਟਰ ਬੁਲਾਵਾਂਗੇ, ਪੂੰਜੀ ਆ ਜਿਹੜੀ ਅਸੀਂ ਆਪਦੇ NRI ਸਾਡੇ ਜਿਹੜੇ ਵਿਦੇਸ਼ਾਂ 'ਚ ਪੰਜਾਬੀ ਬੈਠੇ ਆ ਉਹਨਾਂ ਨੂੰ ਵੀ ਸੱਦਾ ਦੇ ਰਹੇ ਆ, ਦੇਸ਼ ਭਰ ਦੇ ਜਿਹੜੇ ਇਨਵੈਸਟਰ ਨੇ ਉਹਨਾਂ ਨੂੰ ਬੁਲਾ ਰਹੇ ਆ, ਤੇ ਪੰਜਾਬ 'ਚ ਸੰਭਾਵਨਾਵਾਂ ਕੀ ਨੇ, ਚਾਹੇ ਉਹ ਇਕੋ ਟੂਰਿਜ਼ਮ ਹੈ, ਰਿਲੀਜੀਅਸ ਟੂਰਿਜ਼ਮ ਹੈ, ਪੈਟਰੀਓਟਿਕ ਟੂਰਿਜ਼ਮ ਹੈ, ਅਲੱਗ-ਅਲੱਗ ਸਰਕਟ ਅਸੀਂ ਪੰਜਾਬ ਦੀਆਂ ਜਿਹੜੀਆਂ ਸੰਭਾਵਨਾਵਾਂ ਨੇ ਉਹਨਾਂ ਨੂੰ ਦੱਸਾਂਗੇ ਕਿ ਆਓ ਸਾਡੇ ਪੰਜਾਬ ਦੇ ਵਿੱਚ ਇਨਵੈਸਟ ਕਰੋ। ਪੰਜਾਬ ਕਿੱਦਾਂ ਦੀ ਲੈਂਡ ਆ, ਤੇ ਅੱਜ ਦੇ ਟਾਈਮ ਸਾਡੇ ਪੰਜਾਬ ਦਾ ਟੂਰਿਜ਼ਮ ਐ ਜਾਣਾ ਜੀ, ਅੱਪ ਜਾਣਾ ਹੈ ਇਸ ਤਰੀਕੇ, क्योंकि इतनी शुरुआत होने लगी है, सारा मैदान साफ। मैंने दोनों पक्षों को सुना, आज मुझे इतनी हैरानी हो रही थी, काश बीच में आपने मुझे बोलने का समय दिया। यहाँ पे बोले राहुल जी, बहुत उनके दिल में दर्द था, यात्रा करी है उन्होंने यहाँ से वहां तक, भारत माता के कातिल इनको बताया, इनके देश के भारत माता के हथियार बताया, केरोसिन की बात करी। अरे भैया, सारा देश इन्होंने घूम लिया, काश यहाँ पे आप जाके विधवा कॉलोनी में घूम लेते, जहाँ 1984 में आपने सिखों के ऊपर केरोसिन से गले में टायर से साड़ के वो औरतों को विधवा किया, और हजारों लाखों औरतों को विधवा करने के बाद वो हथियार सज्जन कुमार के घर के पास आपने विधवा कॉलोनी बसाई। आपको मालूम है पूरी दुनिया में सिर्फ एक जगह में विधवा कॉलोनी है, विडो कॉलोनी सिर्फ दिल्ली में है। कौन रहती हैं? जिनके कातिल इनके पुरखों ने किया, इस पार्टी कांग्रेस पार्टी ने किया, और फिर उधर जाके उन औरतों को बसाया। क्या यात्रा वहां से गुजर के गई? आज केरोसिन की बात करते हैं, लेकिन दुख तो मुझे इस बात का है कि आज इनको 84 बड़ा याद आ रहा था। यहाँ के बोलने वाले भी जब इनको कटाक्ष करना होता है तभी 84 याद आता है। अरे भैया, 9 सालों में 84 को इंसाफ देने का क्यों नहीं अंदर ठोसा इनको? आज तक क्या 84? आप कितनी बारी विधवा कॉलोनी गए हैं? हकीकत ये है, दुख इस बात का है कि जब मणिपुर की बात होती है तो वो राजस्थान की बात करते हैं, वो राजस्थान की बात सुन के तो फिर दोनों रल मिल के 84 की बात करते हैं। ये बहुत हो चुका सर, अब दोनों जने ये सारा ड्रामा, ये सारा नाटक बंद करें। हमारे सिख कौम के साथ हम पूछना चाहते हैं, हम किस पे कॉन्फिडेंस करें? इन्होंने जो किया आपके सामने हमारे कत्लेआम करें, हमारे धार्मिक संस्था पे अकाल तख्त साहब गोल्डन टेम्पल को टैंक से, आर्मी से बिल्कुल टेटेरी करके खत्म कर दिया, हमारे पंजाब के टुकड़े टुकड़े करके पंजाबी स्पीकिंग एरिया निकाल के दूसरी स्टेट बना दी, हमारी राजधानी हमसे खोली, हमारा पानी हमसे खोल लिया। कौन सा अत्याचार इन्होंने नहीं किया है? लेकिन इन्होंने क्या किया है? ये कौन से कोई कम है? मैं यहाँ पे ये पूछना चाहती हूँ कि जो सिखों ने 1947 में देश का साथ दिया, देश की आजादी के लिए सबसे बड़ी कुर्बानियां हमने दी, हर एक अल्पसंख्यक ने दी, क्योंकि सब माइनॉरिटीज ने देश की आजादी में योगदान दिया। लेकिन मुझे मान है हमारे सिखों ने सबसे बड़ी, जो फांसी की आप लिस्ट में गिन लीजिए, काला पानी में देख लिए, सबसे ज्यादा हमारे पंजाब के जिन्होंने इस देश को आजाद किया। और आजादी के बाद ये देश 1966 में जब खाने को अन्न पूरा नहीं होता था, द कंट्री वॉज लुकिंग एट स्टार्वेशन, हमारे किसान है जो ग्रीन रेवोल्यूशन लाके उन्होंने इस देश का पेट भरने का काम किया। लेकिन सर, जब हमारे सिखों के कत्लेआम में उस टाइम तो कोई जुडिशरी नहीं बोली, कोई पार्टी नहीं बोली, कोई पेपर नहीं बोला। आप निकालिए नवंबर 84 के बाद जब बजट सेशन हुआ 85 का, तो उसमें एक भी मेंशन नहीं जो इस दिल्ली में हजारों सिख के कत्लेआम हुए, सब चुप पीड़ा के बैठे हुए थे, मुंह पे टेप लगी हुई थी, किसी ने सिखों की बात तक नहीं करी। देखो, पिछलियां सरकारां 'ਚ बड़े धक्केशाहियां होईयां, गलत कानून बने, बड़ा कुछ किया गया। मुੱਖ ਮੰਤਰੀ ਪੰਜਾਬ सरदार भगवंत ਸਿੰਘ ਮਾਨ जी की अगवाई ਦੇ ਵਿੱਚ ਪੰਜਾਬ ਦੇ ਵਿੱਚ ਵਧੀਆ ਪਾਲਿਸੀ ਜਿਹੜੀ ਉਹ ਬਣ ਕੇ ਆਵੇਗੀ। ਮੁੱਖ ਮੰਤਰੀ ਸਾਹਿਬ बड़े ਸਿੰਸੀਅਰ ਨੇ।
ਵੈਸੇ ਤੇ ਜਿਹੜੀਆਂ ਰਜਿਸਟਰੀਆਂ ਵਾ ਉਹ ਤਕਰੀਬਨ ਰੈਗੂਲਰ ਹੋ ਰਹੀਆਂ। ਜਿੱਥੇ ਕਿਤੇ ਕੋਈ ਰੋਕ ਲਾਈ ਆ ਪਿਛਲੀ ਸਰਕਾਰ ਨੇ, ਕਾਂਗਰਸ ਗੌਰਮੈਂਟ ਨੇ, ਉਹ ਵੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਚੰਗੀ ਪਾਲਿਸੀ ਲੈ ਕੇ ਆਉਣਗੇ ਜਿਹਦੇ ਨਾਲ ਲੋਕਾਂ ਨੂੰ ਖੱਜਲ ਖਵਾਰੀ ਦਾ ਸਾਹਮਣਾ ਨਾ ਕਰਨਾ ਪਵੇ। ਮਾਨ ਸਰਕਾਰ ਲੋਕਾਂ ਦੀ ਸਰਕਾਰ ਆ ਤੇ ਜੋ ਲੋਕ ਕਹਿਣਗੇ ਲੋਕਾਂ ਦੇ ਅਨੁਸਾਰ ਹੀ ਫੈਸਲੇ ਲਏ ਜਾਂਦੇ ਆ। ਇਹ ਪਹਿਲੀ ਸਰਕਾਰ ਹੈ ਜਿਹਨੇ ਪਹਿਲਾ ਬਜਟ ਲੋਕਾਂ ਦੀਆਂ ਰਾਇਆਂ ਦੇ ਮੁਤਾਬਕ ਲੋਕਾਂ ਤੋਂ ਪੁੱਛਿਆ ਗਿਆ ਕਿ ਕਿਵੇਂ ਦਾ ਬਜਟ ਚਾਹੀਦਾ, ਲੋਕਾਂ ਜੋ ਕਿਹਾ ਉਹਦੇ ਮੁਤਾਬਕ ਬਜਟ ਬਣਾਇਆ। ਤੇ ਅੱਜ ਵੀ ਲੋਕ ਜੋ ਕਹਿੰਦੇ ਆ ਆਮ ਆਦਮੀ ਪਾਰਟੀ ਦੀ ਸਰਕਾਰ, ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਉਹ ਕਰਦੇ ਆ। ਤੁਸੀਂ ਖੁਦ ਵੇਖਿਆ ਆ ਪਿਛਲੇ ਦਿਨਾਂ ਦੇ ਵਿੱਚ ਹੜ੍ਹ ਆਏ, ਪੰਜਾਬ ਦੇ ਵਿੱਚ ਨੁਕਸਾਨ ਤੇ ਬੜਾ ਹੋਇਆ, ਪਰ ਪਹਿਲਾ ਮੁੱਖ ਮੰਤਰੀ ਹੈ ਜਿਹੜਾ ਹੜ੍ਹ ਵਾਲੇ ਇਲਾਕਿਆਂ ਦੇ ਵਿੱਚ ਨੰਗੇ ਪੈਰੀਂ ਲੋਕਾਂ ਦੇ ਵਿੱਚ ਗਿਆ, ਲੋਕਾਂ ਦੇ ਦੁੱਖ ਦਰਦ ਸੁਣੇ, ਲੋਕਾਂ ਦੇ ਮਸਲੇ ਹੱਲ ਕੀਤੇ, ਲੋਕਾਂ ਨੂੰ ਜੋ ਜ਼ਰੂਰਤਾਂ ਸਨ ਰੋਜ਼ ਦੇ ਜੋ ਘਰ ਦੇ ਵਿੱਚ ਘਰੇਲੂ ਵਸਤਾਂ ਆਪਾਂ ਵਰਤਦੇ ਹਾਂ ਉਹ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ। ਸਾਰੇ ਹੀ ਮੰਤਰੀ, ਸਾਰੇ ਐਮਐਲਏ, ਹਲਕਾ ਇੰਚਾਰਜ ਤੇ ਸਾਰਾ ਪ੍ਰਸ਼ਾਸਨ, ਭਾਵੇਂ ਪੁਲਿਸ ਪ੍ਰਸ਼ਾਸਨ, ਸਿਵਲ ਪ੍ਰਸ਼ਾਸਨ, ਜਦੋਂ ਮੁੱਖ ਮੰਤਰੀ ਸਾਹਿਬ ਆਪ ਖੁਦ ਲੋਕਾਂ ਦੇ ਵਿੱਚ ਰਹੇ ਤੇ ਸਾਰਾ ਪ੍ਰਸ਼ਾਸਨ ਵੀ ਲੋਕਾਂ ਦੇ ਵਿੱਚ ਰਿਹਾ। ਵੇਖੋ ਜਦੋਂ ਜ਼ਿਆਦਾ ਮੀਂਹ ਪੈ ਜਾਂਦਾ ਉਦੋਂ ਆਪਣੀ ਵੀ ਬਵਾਸ ਹੋ ਜਾਂਦੀ ਹੈ। ਉੱਥੇ ਆ ਕੇ ਨਾ ਤੇ ਕਿਸੇ ਵਿਅਕਤੀ ਦਾ ਕੋਈ ਦੋਸ਼ ਹੁੰਦਾ ਨਾ ਕਿਸੇ ਸਰਕਾਰ ਦਾ। ਜਦੋਂ ਬਾਰਿਸ਼ ਹੀ ਜ਼ਿਆਦਾ ਹੋ ਗਈ, ਬਰਸਾਤ ਜ਼ਿਆਦਾ ਹੋ ਗਈ ਤੇ ਮੀਂਹ 3.5 ਲੱਖ ਕਿਊਸਿਕ ਪਾਣੀ ਆ ਗਿਆ ਮੀਂਹ ਪੈਣ ਕਾਰਨ, ਤੇ ਜਿਹੜੇ ਬੰਨ ਟੁੱਟੇ ਉਹਨਾਂ ਬੰਨਾਂ ਨੂੰ ਛੇਤੀ ਤੋਂ ਛੇਤੀ, ਕਿਉਂਕਿ ਸਰਕਾਰ ਅਵੇਅਰ ਸੀ, ਮੁੱਖ ਮੰਤਰੀ ਸਾਹਿਬ ਸਾਰੇ ਕੰਮ ਤੇ ਆਪ ਨਿਗਾਹ ਰੱਖ ਕੇ ਬੈਠੇ ਸਨ, ਤੇ ਉਹ ਬੰਨ ਜਿਹੜੇ ਛੇਤੀ ਤੋਂ ਛੇਤੀ ਬੰਨ ਲਗੇ, ਜਿਹਦਾ ਕਰਕੇ ਜਿਹੜੇ ਜਾਨੀ ਨੁਕਸਾਨ ਬਹੁਤ ਘੱਟ ਹੋਇਆ। ਪਰ ਫਿਰ ਵੀ ਜੇ ਕਿਤੇ ਜਾਨੀ ਨੁਕਸਾਨ ਹੋਇਆ ਅਸੀਂ ਪਰਿਵਾਰਾਂ ਦੇ ਨਾਲ ਹਮਦਰਦੀ ਜ਼ਾਹਰ ਕਰਦੇ ਹਾਂ, ਪਰਿਵਾਰਾਂ ਦੇ ਨਾਲ ਆ। ਬਾਕੀ ਪੰਜਾਬ ਦੇ ਵਿੱਚ ਜਿਹੜਾ ਕੋਈ ਕਿਸੇ ਦਾ ਨੁਕਸਾਨ ਹੋਇਆ ਜ਼ਮੀਨ ਦਾ ਜਾਂ ਫਸਲ ਦਾ ਨੁਕਸਾਨ ਹੋਇਆ, ਉਹ ਸਪੈਸ਼ਲ ਗਿਰਦਾਵਰੀ ਜਿਹੜੀ ਉਹ ਚੱਲ ਰਹੀ ਹੈ ਮੁੱਖ ਮੰਤਰੀ ਸਾਹਿਬ ਦੇ ਆਦੇਸ਼ਾਂ ਤੇ ਮੁੱਖ ਮੰਤਰੀ ਸਾਹਿਬ ਨੇ ਆਪ ਐਲਾਨ ਕੀਤਾ, ਸਰਦਾਰ ਭਗਵੰਤ ਸਿੰਘ ਮਾਨ ਨੇ ਜੀ, 1-1 ਰੁਪਈਆ ਜਿਹਦਾ ਵੀ ਕੋਈ ਵੀ ਨੁਕਸਾਨ ਹੋਇਆ 1-1 ਰੁਪਈਆ ਕਿਸਾਨਾਂ ਦੇ ਖਾਤੇ 'ਚ ਪਾਇਆ ਜਾਵੇਗਾ। ਦੇਖੋ ਇਹ ਤੇ ਦੱਸ ਸਕਦੇ ਆ ਮੁੱਖ ਮੰਤਰੀ ਸਾਹਿਬ ਵੀ ਕਦੋਂ ਤੱਕ ਪਾਲਿਸੀ ਬਣ ਕੇ ਤਿਆਰ, ਪਰ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਜਲਦੀ ਉਹ ਪਾਲਿਸੀ ਲੈ ਕੇ ਆਉਣ। ਉਹ ਵੇਖੋ ਕਾਨੂੰਨੀ ਅੜਚਣਾ ਕਈ ਵਾਰ ਪੈਂਦੀਆਂ, ਉਹਦਾ ਕਰਕੇ ਮੁੱਖ ਮੰਤਰੀ ਸਾਹਿਬ ਇਹ ਚਾਹੁੰਦੇ ਆ ਕਿ ਕੋਈ ਕਾਨੂੰਨੀ ਅੜਚਨ ਨਾ ਪਵੇ। ਜਿਵੇਂ ਹੁਣ ਪਿੱਛੇ ਭਰਤੀਆਂ ਹੀ ਕੀਤੀਆਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਤੇ, ਸਾਰੀ ਕਾਨੂੰਨੀ ਪ੍ਰਕਿਰਿਆ ਪੂਰੀ ਕਰਕੇ ਫਿਰ ਭਰਤੀਆਂ ਕੀਤੀਆਂ ਤੇ ਕੋਈ ਅੜਚਨ ਨਹੀਂ ਪਈ, ਕੋਈ ਹਾਈ ਕੋਰਟ ਰਿਟ ਨਹੀਂ ਪਈ। ਤੇ ਹੁਣ ਜਿਵੇਂ ਅਧਿਆਪਕ ਰੈਗੂਲਰ ਕੀਤੇ 12,700 ਦੇ ਕਰੀਬ, ਉਹ ਵੀ ਜਿਹੜੀ ਕਾਨੂੰਨੀ ਜੋ ਪ੍ਰਕਿਰਿਆ ਹੈ ਉਹ ਪੂਰੀ ਕਰਕੇ ਭਾਵੇਂ 1.5 ਸਾਲ ਲੱਗ ਗਿਆ, ਕਾਨੂੰਨੀ ਪ੍ਰਕਿਰਿਆ ਬਣਾ ਕੇ ਉਹਨਾਂ ਨੂੰ ਰੈਗੂਲਰ ਕੀਤਾ। ਤੇ ਜੇ ਫਿਰ ਕੋਈ ਹਾਈ ਕੋਰਟ ਦੀ ਰਿਟ ਪੈ ਜਾਂਦੀ, ਢਿੱਕਾ ਪੈ ਜਾਂਦਾ, ਤੇ ਉਹ ਗੱਲ ਉੱਥੇ ਦਾ ਉੱਥੇ ਰਹਿਣਾ, ਪਰਨਾਲਾ ਜਿਉਂਦਾ ਤਿਉਂ ਰਹਿਣਾ ਹੀ। ਤੇ ਇਸ ਕਰਕੇ ਲੋਕਾਂ ਦੀ ਸਰਕਾਰ ਆ, ਮਾਨ ਸਾਹਿਬ ਜੋ ਕਰਨਗੇ ਲੋਕਾਂ ਅਨੁਸਾਰ ਕਰਨਗੇ, ਕਾਨੂੰਨ ਅਨੁਸਾਰ ਕਰਨਗੇ, ਕਾਨੂੰਨ ਨੂੰ ਕਦੀ ਵੀ ਗਲਤ ਤੌਰ ਤੇ ਨਹੀਂ ਵਰਤਿਆ ਜਾਊਗਾ।